ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 23ਵੇਂ ਸੀਜ਼ਨ ਦੇ 10ਵੇਂ ਐਪੀਸੋਡ ਦੇ ਆਰੰਭ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਜੀ ਆਇਆਂ ਆਖਦੇ ਹਾਂ। ਇਹ ਪ੍ਰੋਗਰਾਮ ਪੂਰੇ ਸੰਸਾਰ ਦੇ ਵਿੱਚ ਜਿੱਥੇ ਤੱਕ ਲੋਕ ਗੁਰਮਤਿ ਤੇ ਗੁਰਬਾਣੀ ਨੂੰ ਪਿਆਰ ਕਰਦੇ ਨੇ, ਉੱਥੋਂ ਤੱਕ ਇਹ ਪ੍ਰੋਗਰਾਮ ਪਹੁੰਚ ਰਿਹਾ ਹੈ। ਦਰਸ਼ਕੋ, ਤੁਹਾਡੇ ਪਿਆਰ ਸਦਕਾ ਹੀ ਇਹ ਪ੍ਰੋਗਰਾਮ ਅੱਜ ਸਫਲਤਾ ਦੀਆਂ ਸੀੜੀਆਂ ਚੜ੍ਹਦਾ ਪਿਆ। ਅੱਜ ਅਸੀਂ ਜਿਸ ਸੁਨੇਹੇ ਨੂੰ ਲੈ ਕੇ ਤੁਹਾਡੇ ਨਾਲ ਸਾਂਝਾ ਕਰਨ ਜਾਂਦੇ ਹਾਂ, ਉਹ ਸੁਨੇਹਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 1699 ਦੀ ਵਿਸਾਖੀ ਨੂੰ ਖਾਲਸਾ ਪ੍ਰਕਾਸ਼ ਕਰਕੇ ਇੱਕ ਗੱਲ ਨੂੰ ਸਥਾਪਿਤ ਕਰਤਾ ਸੀ ਕਿ ਜਾਤ ਖਤਮ, ਕੁਲ ਖਤਮ, ਅੱਜ ਤੋਂ ਬਾਅਦ ਸਿੱਖ ਜਿਹੜਾ ਹੈ ਉਹ ਕੇਵਲ ਤਾਂ ਕੇਵਲ ਖਾਲਸਾ ਸਿੱਖ ਹੈ। ਲੇਕਿਨ ਅੱਜ ਵੀ ਅਗਰ ਅਸੀਂ ਸਮਾਜ 'ਚ ਝਾਤੀ ਮਾਰੀਏ, ਅੱਜ ਹੀ ਅਸੀਂ ਜਾਤੀਵਾਦ, ਬਰਾਦਰੀਵਾਦ 'ਚ ਵੰਡੇ ਹੋਏ ਹਾਂ। ਅੱਜ ਸਾਡੀਆਂ ਵਿਥਾਂ ਪਹਿਲੇ ਨਾਲੋਂ ਇੰਜ ਜਾਪਦਾ ਕਿ ਬਹੁਤ ਜ਼ਿਆਦਾ ਵੱਧ ਗਈਆਂ ਨੇ, ਘਟਣ ਦੀ ਬਜਾਏ। ਅੱਜ ਸੋਚਣ ਦੀ ਲੋੜ ਹੈ ਪੂਰੇ ਖਾਲਸਾ ਪੰਥ ਨੂੰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਸ ਦੀ ਤਾਮੀਰ ਕੀਤੀ ਸੀ ਔਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਿਹਨੂੰ ਸਥਾਪਿਤ ਕੀਤਾ ਸੀ, ਪ੍ਰਕਾਸ਼ ਕੀਤਾ ਸੀ, ਉਹ ਖਾਲਸਾ, ਅਸੀਂ ਖਾਲਸੇ ਹਾਂ। ਕੀ ਅਸੀਂ ਗੁਰੂ ਸਾਹਿਬ ਦੇ ਉਸ ਸਿਧਾਂਤ ਨੂੰ ਆਪਣੀ ਜ਼ਿੰਦਗੀ 'ਚ ਅਪਣਾ ਰਹੇ ਹਾਂ? ਇਹ ਪ੍ਰਸ਼ਨ ਸਾਨੂੰ ਆਪਣੇ ਕੋਲੋਂ ਪੁੱਛਣਾ ਚਾਹੀਦਾ ਹੈ। ਆਓ ਬਣੀਏ ਗੁਰਸਿੱਖ ਪਿਆਰਾ। ਤੁਹਾਨੂੰ ਕੇਵਲ ਇਹ ਚਰਨ ਕਰਦਾ ਹੈ ਕਿ ਜਦੋਂ ਤੱਕ ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ ਦੇ ਇਸ ਖਾਲਸੇ ਦੇ ਸਿਧਾਂਤ ਨੂੰ, ਦਿੱਤੇ ਸਿਧਾਂਤ ਨਾਲ ਜੁੜੇ ਰਵਾਂਗੇ, ਉਦੋਂ ਹੀ ਅਸੀਂ ਆਪਣੇ ਜੀਵਨ 'ਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਸੋ ਅੱਜ ਦਾ ਐਪੀਸੋਡ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਔਰ ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ ਉਹ ਹਨ ਸੁਬੋਧ ਸਿੰਘ ਜੀ, ਜਿਹੜੇ ਕਿ ਝਾਰਖੰਡ ਤੋਂ ਸਾਡੇ ਨਾਲ ਜੁੜੇ ਹੋਏ ਨੇ। ਸਰ ਸੁਬੋਧ ਸਿੰਘ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਬੋਧ ਸਿੰਘ ਗਿਰੀੜੀ ਝਾਰਖੰਡ ਤੋਂ 10 ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਅਤੇ ਕੀਰਤਨ ਦੀ ਸੇਵਾ ਨਿਭਾਉਂਦਾ ਹੈ। ਗੁਰਮਤਿ ਦਾ ਪ੍ਰਚਾਰ ਕਰਨਾ, ਬੱਚਿਆਂ ਨੂੰ ਗੁਰਮਤਿ ਦੀ ਸਿਖਲਾਈ ਦੇਣਾ, ਇਹੀ ਮੇਰੀ ਹੌਬੀ, ਮੇਰਾ ਸ਼ੌਕ ਹੈ। ਅੱਜ ਇਸ ਮੁਕਾਮ ਤੇ ਪੁੱਜਾ ਹਾਂ, ਇਸ ਲਈ ਮੈਂ ਸਭ ਤੋਂ ਪਹਿਲਾਂ ਗੁਰਮਤਿ ਗਿਆਨ ਸੇਵਾ ਸੁਸਾਇਟੀ ਰਾਂਚੀ ਵਾਲੇ ਦਾ ਤਹਿ ਦਿਲੋਂ ਧੰਨਵਾਦ ਕਰਾਂ, ਜਿਨ੍ਹਾਂ ਨੇ ਮੈਨੂੰ ਪੂਰੀ ਗਾਈਡੈਂਸ ਦਿੱਤੀ। ਨਾਲ ਹੀ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਡਾਕਟਰ ਗੁਣਵੰਤ ਸਿੰਘ ਜੀ ਮੋਂਗਿਆ, ਜਿਨ੍ਹਾਂ ਨੇ ਮੇਰੇ ਸਮੇਤ ਸਾਰੀ ਸੰਗਤਾਂ ਨੂੰ ਉਹਨਾਂ ਨੇ ਹੱਲਾਸ਼ੇਰੀ ਕੀਤੀ ਸੀ, ਪ੍ਰੇਰਨਾ ਦਿੱਤੀ ਸੀ ਕਿ ਇਸ ਕੁਇਜ਼ ਸ਼ੋਅ ਵਿੱਚ ਅਸੀਂ ਪਾਰਟਿਸਿਪੇਟ ਕਰੀਏ। ਸੋ ਜਿਹੜੀ ਸੰਸਥਾ ਨੇ ਤੁਹਾਨੂੰ ਜੋੜਿਆ ਔਰ ਤੁਹਾਡੇ ਪ੍ਰਧਾਨ ਸਾਹਿਬ ਨੇ ਤੁਹਾਨੂੰ ਪ੍ਰੇਰਿਤ ਕੀਤਾ, ਅਗਰ ਐਸੇ ਪ੍ਰਬੰਧਕ ਸਾਰੀ ਕੌਮ ਵਿੱਚ ਹੋਣ ਤਾਂ ਮੈਨੂੰ ਲੱਗਦਾ ਹੈ ਕਿ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ। ਤਾਂ ਤੁਹਾਨੂੰ ਜੀ ਆਇਆਂ ਔਰ ਪ੍ਰਤੀਯੋਗਤਾ ਸ਼ੁਰੂ ਕਰਨ ਜਾ ਰਹੇ ਹਾਂ। ਉਹਦੇ ਰੂਲ ਮੈਂ ਆਪ ਜੀ ਨੂੰ ਬਰੀਫ ਹੀ ਦੱਸ ਰਿਹਾ। ਇਹਦੇ ਟੋਟਲ 9 ਪ੍ਰਸ਼ਨ ਨੇ ਔਰ ਪਹਿਲੇ ਹਿੱਸੇ ਦੇ ਵਿਚਕਾਰ 5 ਪ੍ਰਸ਼ਨ ਨੇ ਔਰ ਜਿਨ੍ਹਾਂ ਦੇ ਆਪ ਜੀ ਨੂੰ ਇੱਕ ਲਾਈਫਲਾਈਨ ਮਿਲਣੀ ਹੈ ਐਕਸਪਰਟ ਐਡਵਾਈਸ ਦੀ ਔਰ 45 ਸਕਿੰਟ ਦਾ ਟਾਈਮ ਹੈ। ਦੂਸਰੇ ਹਿੱਸੇ ਵਿਚਕਾਰ 4 ਪ੍ਰਸ਼ਨ ਨੇ, 60 ਸੈਕਿੰਡ ਦਾ ਟਾਈਮ ਹੋ ਜਾਏ ਔਰ ਇੱਕ ਲਾਈਫਲਾਈਨ ਹੋਰ ਵੱਜ ਜਾਏਗੀ ਜਿਹੜੀ 50-50 ਹੋਏਗੀ। ਆਪ ਜੀ ਪ੍ਰਸ਼ਨਾਂ ਨੂੰ ਲੈਣ ਨੂੰ ਤਿਆਰ ਹੋ? ਮੈਂ ਪ੍ਰਸ਼ਨਾਂ ਦਾ ਉੱਤਰ ਦੇਣ ਲਈ ਬਿਲਕੁਲ ਤਿਆਰ ਹਾਂ। ਪਹਿਲਾ ਪ੍ਰਸ਼ਨ ਆਪ ਜੀ ਦੀ ਸਕਰੀਨ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਖਰੀ ਰਾਗ ਜੈ ਜੈਵੰਤੀ ਰਾਗ ਵਿੱਚ ਗੁਰਬਾਣੀ ਕਿਹਨਾਂ ਨੇ ਉਚਾਰੀ ਹੈ? ਤੁਹਾਡੀਆਂ ਆਪਸ਼ਨ ਨੇ A ਗੁਰੂ ਤੇਗ ਬਹਾਦਰ ਸਾਹਿਬ ਜੀ, B ਗੁਰੂ ਅਰਜਨ ਸਾਹਿਬ ਜੀ, C ਭਗਤ ਕਬੀਰ ਜੀ, D ਭੱਟ ਮਥੁਰਾ ਜੀ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1352 ਅਤੇ 53 ਤੇ ਸੁਭਾਇਮਾਨ ਹੈ। 4 ਸ਼ਬਦ ਨੇ ਇਹਦੇ ਵਿੱਚ। ਮੈਂ ਆਪਸ਼ਨ A ਗੁਰੂ ਤੇਗ ਬਹਾਦਰ ਜੀ ਨਾਲ ਜਾਣਾ ਚਾਹਾਂਗਾ। ਆਪਸ਼ਨ ਨੂੰ ਲੌਕ ਕਰਕੇ ਦੇਖਦੇ ਹਾਂ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜੈ ਜੈਵੰਤੀ ਰਾਗ ਵਿੱਚ ਉਚਾਰਿਆ ਹੈ, ਬਿਲਕੁਲ ਠੀਕ ਗੱਲ ਹੈ। ਸੋ ਅਗਲਾ ਪ੍ਰਸ਼ਨ, ਦੂਸਰਾ ਪ੍ਰਸ਼ਨ ਤੁਹਾਡੀ ਸਕਰੀਨ। ਪਿੰਡ ਵਾਲਿਆਂ ਨੇ ਭਾਈ ਤਾਰੂ ਸਿੰਘ ਜੀ ਨੂੰ ਕਿਹੜੇ ਪਿੰਡ ਤੋਂ ਛੁਡਵਾਉਣ ਦਾ ਮਨ ਬਣਾ ਲਿਆ ਸੀ? ਤੁਹਾਡੀਆਂ ਆਪਸ਼ਨ ਨੇ A ਪਿੰਡ ਮਖੋਵਾਲ, B ਪਿੰਡ ਮੂਲੋਵਾਲ, C ਪਿੰਡ ਪੌਲਾ, D ਪਿੰਡ ਪਡਾਣਾ। ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਲਿਜਾਇਆ ਗਿਆ। ਮੈਂ ਆਪਸ਼ਨ ਡੀ ਪਿੰਡ ਪਡਾਣਾ ਦੇ ਨਾਲ ਜਾਣਾ ਚਾਹਾਂਗਾ। ਪਿੰਡ ਪਡਾਣਾ ਲੌਕ ਕਰਕੇ ਦੇਖਦੇ ਹਾਂ ਆਪਸ਼ਨ ਡੀ ਠੀਕ ਹੈ ਕਿ ਨਹੀਂ ਹੈ। ਤੁਹਾਡਾ ਉੱਤਰ ਬਿਲਕੁਲ ਠੀਕ ਹੈ। ਇਹ ਉੱਤਰ ਤੁਸੀਂ ਜੋ ਦਿੱਤਾ ਹੈ ਬਿਲਕੁਲ ਠੀਕ ਦਿੱਤਾ ਹੈ।
ਹੁਣ ਵਧਾਂਗੇ ਅਗਲੇ ਪ੍ਰਸ਼ਨ ਵੱਲ। ਤੀਸਰਾ ਪ੍ਰਸ਼ਨ ਆਪ ਜੀ ਨੂੰ ਭਗਤ ਕਬੀਰ ਸਾਹਿਬ ਜੀ ਦੀ ਸ਼ਲੋਕਾਂ ਦੇ ਵਿੱਚੋਂ ਇੱਕ ਤੁਕ ਸੁਣਾਈ ਜਾਏਗੀ, ਜਿਹਦਾ ਪਹਿਲਾ ਹਿੱਸਾ ਸੁਣਾਇਆ ਜਾਏਗਾ। ਅਗਲਾ ਹਿੱਸਾ ਆਪ ਜੀ ਨੇ ਸੰਪੂਰਨ ਕਰਨਾ ਹੈ। ਆਪ ਜੀ ਨੂੰ ਆਡੀਓ ਕਲਿੱਪ ਸੁਣਾਈ ਜਾ ਰਹੀ ਹੈ, ਧਿਆਨ ਨਾਲ ਸੁਣੋ। ਪੀਰ ਠਾਕੁਰ ਪੂਜੈ ਮੋਲ ਲੈ ਮਨ ਹਠ ਤੀਰਥ ਜਾਹੇ। देखा देखी स्वांग तर भूले पटका खाहे। देखते हैं कि ਤੁਹਾਡਾ उत्तर ठीक है कि नहीं। हाँ जी। देखा देखी स्वांग तर भूले पटका खाए, ਤੁਹਾਡਾ उत्तर बिल्कुल ठीक है। और अपनी मधुर आवाज ਦੇ ਵਿਚਕਾਰ ਪੂਰੇ ਸ਼ਲੋਕ ਨੂੰ ਪੜ੍ਹ ਦਿਓ। ਇਹ ਭਗਤ ਕਬੀਰ ਜੀ ਦਾ 135ਵਾਂ ਸ਼ਲੋਕ ਹੈ। कबीर ठाकुर पूजै मोल ले मन हठ तीरथ जाहे। देखा देखी स्वांग तर भूले पटका खाहे। तो चौथा प्रश्न ਹੁਣ ਆ ਰਿਹਾ ਹੈ ਤੁਹਾਡੀ ਸਕਰੀਨ ਦੇ ਉੱਤੇ। ਸਬੋਧ ਸਿੰਘ ਜੀ ਬੜੇ ਧਿਆਨ ਨਾਲ ਜਵਾਬ ਦੇਣਾ ਜੀ। हाँ जी। ਗੁਰਬਾਣੀ ਦੀ ਹੇਠ ਲਿਖੀ ਤੁਕ ਵਿੱਚ ਉਜਾਗਰ ਹੋਏ ਸ਼ਬਦ ਦਾ ਕੀ ਅਰਥ ਹੈ? ਸੁਤ ਬਨੀਤਾ। ਇਸ ਤੁਕ ਵਿਚਕਾਰ ਜਿਹੜਾ ਸੁਤ ਬਨੀਤਾ ਹੈ ਇਹਦਾ ਕੀ ਭਾਵ ਹੈ? ਤੁਹਾਡੀਆਂ ਆਪਸ਼ਨਸ ਨੇ A ਮਿੱਤਰ, B ਪੁੱਤਰ ਤੇ ਪਤਨੀ, C ਸੁਖ, D ਰਿਸ਼ਤੇਦਾਰ, ਫਰੈਂਡ, ਸਨ ਐਂਡ ਵਾਈਫ, ਪੀਸ, ਰਿਲੇਟਿਵ। ਇਸ ਦਾ ਉੱਤਰ ਹੈ ਸੁਤ ਅਤੇ ਬੰਤਾ। ਸੁਤ ਤੋਂ ਭਾਵ ਪੁੱਤਰ, ਬੰਤਾ ਤੋਂ ਭਾਵ ਇਸਤਰੀ। ਆਪਸ਼ਨ ਬੀ ਵਿੱਚ ਹੈ ਪੁੱਤਰ ਅਤੇ ਪਤਨੀ। ਮੈਂ ਆਪਸ਼ਨ ਬੀ ਦੇ ਨਾਲ ਜਾਣਾ ਚਾਹਾਂਗਾ, ਪੁੱਤਰ ਅਤੇ ਪਤਨੀ। ऑप्शन बी लॉक करके देखते हैं कि ਤੁਹਾਡਾ उत्तर ठीक है कि नहीं। और ਮੈਨੂੰ खुशी हो रही दस के कि ਤੁਹਾਡਾ उत्तर बिल्कुल ठीक है। पुत्र ते पत्नी बिल्कुल ठीक उत्तर ਤੁਸੀਂ ਦਿੱਤਾ ਹੈ। ਸੋ ਹੁਣ ਵਧਾਂਗੇ ਇਸ ਪ੍ਰੋਗਰਾਮ ਦੇ ਵਿਚਕਾਰ ਜਿਹੜਾ ਪਹਿਲਾ ਹਿੱਸਾ ਸੀ ਤੁਹਾਨੂੰ ਪ੍ਰਸ਼ਨਾਂ ਦਾ ਦੇਣਾ ਚਾਹਣਾ ਸੀ, ਉਹਦੇ ਵਿੱਚੋਂ ਆਖਰੀ ਪ੍ਰਸ਼ਨ ਪੰਜਵਾਂ ਪ੍ਰਸ਼ਨ ਆ ਰਿਹਾ ਹੈ। ਫਿਰ ਅਗਲਾ ਹਿੱਸਾ ਸ਼ੁਰੂ ਹੋਵੇਗਾ। ਪੰਜਵਾਂ ਪ੍ਰਸ਼ਨ ਤੁਹਾਡੀ ਸਕਰੀਨ ਤੇ। सिख शख्सियत की पहचान करो। ਤੁਹਾਨੂੰ ਹੁਣ एक चित्र दिखाया जाना है, आप जिन्हें पहचान करनी है कि वो चित्र किन्ना दा है। ਤੁਹਾਡੀਆਂ ਆਪਸ਼ਨਸ ਨੇ ਸਰਦਾਰ ਗੁਰਬੀਰ ਸਿੰਘ, ਆਪਸ਼ਨ ਬੀ ਸਰਬਜੀਤ ਸਿੰਘ, ਆਪਸ਼ਨ ਸੀ ਅੰਮ੍ਰਿਤਪਾਲ ਸਿੰਘ, ਆਪਸ਼ਨ ਡੀ ਗੁਰਦੀਪ ਸਿੰਘ। ਪਾਕਿਸਤਾਨ ਚੋਂ ਤਹਿਰੀਕ ਇਨਸਾਫ ਪਾਰਟੀ ਦੇ ਪਹਿਲੇ ਪਗੜੀਧਾਰੀ ਸਿੱਖ ਜਿਹੜੇ ਕਿ ਪਾਕਿਸਤਾਨ ਪਾਰਲੀਮੈਂਟ ਵਿੱਚ ਰਿਪਰੈਜ਼ੈਂਟੇਟਿਵ ਹਨ। ਇਹਨਾਂ ਦਾ ਨਾਮ ਹੈ ਸਰਦਾਰ ਗੁਰਦੀਪ ਸਿੰਘ ਜੀ। ਪਾਕਿਸਤਾਨ ਤੋਂ ਤਹਿਰੀਕ ਇਨਸਾਫ ਪਾਰਟੀ ਤੋਂ ਸਰਦਾਰ ਗੁਰਦੀਪ ਸਿੰਘ। ਆਪ ਕੌਨਫੀਡੈਂਟ ਹੋ ਕਿਉਂਕਿ ਤੁਹਾਡੇ ਕੋਲ ਜੇ ਲਾਈਫ ਲਾਈਨ ਪਈਆਂ ਹੋਈਆਂ ਨੇ। ਹਾਂਜੀ। ਆਪਸ਼ਨ ਡੀ ਨੂੰ ਅਸੀਂ ਲੌਕ ਕਰਦੇ ਹਾਂ, ਦੇਖਦੇ ਤੁਹਾਡਾ ਉੱਤਰ ਠੀਕ ਹੈ ਕਿ ਨਹੀਂ। ਔਰ ਮੈਨੂੰ ਸੁਬੋਧ ਸਿੰਘ ਜੀ ਦੱਸ ਕੇ ਮੁੜ ਤੋਂ ਖੁਸ਼ੀ ਹੋ ਰਹੀ ਹੈ ਕਿ ਤੁਹਾਡਾ ਉੱਤਰ ਬਿਲਕੁਲ ਠੀਕ ਹੈ ਸਰਦਾਰ ਗੁਰਦੀਪ ਸਿੰਘ। ਹੁਣ ਵਧਦੇ ਹਾਂ 6ਵੇਂ ਪ੍ਰਸ਼ਨ ਵੱਲ। ਔਰ ਹੁਣ ਤੁਹਾਡਾ ਟਾਈਮ ਜਿਹੜਾ ਹੈ ਉਹ 60 ਸੈਕਿੰਡ ਦਾ ਹੋ ਗਿਆ ਔਰ 50-50 ਦੀ ਲਾਈਫ ਲਾਈਨ ਹੋਰ ਤੁਹਾਡੇ 'ਚ ਐਡ ਹੋ ਗਈ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਤਰਨਤਾਰਨ ਦੇ ਇਲਾਕੇ ਵਿੱਚ ਧਰਮ ਪ੍ਰਚਾਰ ਕਰਨ ਉਪਰੰਤ ਕੀਰਤਪੁਰ ਕਦੋਂ ਪਹੁੰਚੇ? ਤੁਹਾਡੀਆਂ ਆਪਸ਼ਨ ਨੇ A 6 ਮਈ 1665, B 12 ਮਈ 1665, C 25 ਅਪ੍ਰੈਲ 1665, D 19 ਜੂਨ 1665। ਹਾਂ, ਇਹਦਾ ਆਨਸਰ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ 25 ਅਪ੍ਰੈਲ ਨੂੰ ਤਰਨਤਾਰਨ ਸਾਹਿਬ ਆਏ ਨੇ। ਉਸ ਤੋਂ ਬਾਅਦ 12 ਮਈ ਨੂੰ ਕਹਿਲੂਰ ਦੇ ਰਾਜਾ ਦੇ ਭੋਗ ਵਿੱਚ ਗਏ ਨੇ ਤੇ ਇਸ ਤੋਂ ਵਿੱਚ ਹੈ ਉਹ ਕੀਰਤਪੁਰ ਆਏ ਨੇ 6 ਮਈ ਨੂੰ। ਸ਼ੋਰ ਭਾਈ ਸਾਹਿਬ, ਮੈਂ ਆਪਸ਼ਨ A 6 ਮਈ 1665 ਦੇ ਨਾਲ ਜਾਣਾ ਚਾਹਾਂਗਾ। ਜੇ ਤੁਸੀਂ ਕੌਨਫੀਡੈਂਟ ਹੋ ਤਾਂ 6 ਮਈ ਨੂੰ ਮੈਂ ਲੌਕ ਕਰ ਰਿਹਾ ਹਾਂ। ਜੇ ਲਾਈਫ ਲਾਈਨ ਲੈਣਾ ਚਾਹੋ ਤਾਂ ਵੀ ਤੁਹਾਡੀ ਮਰਜ਼ੀ ਹੈ। ਤੋ ਲਾਈਫ ਲਾਈਨ ਨਹੀਂ ਲੈ ਰਹੇ, ਤੁਸੀਂ A ਨੂੰ ਕਰਨਾ ਚਾਹੁੰਦੇ ਹੋ? ਹਾਂਜੀ, ਬਿਲਕੁਲ ਜੀ। ਹੁਣ ਮੈਂ ਬੇਨਤੀ ਕਰਾਂਗਾ ਕੰਪਿਊਟਰ ਜੀ, ਆਪਸ਼ਨ A ਲੌਕ ਕੀਤੀ ਜਾਵੇ।
ਸੁਬੋਧ ਸਿੰਘ ਜੀ ਤੁਹਾਡਾ ਉੱਤਰ ਬਿਲਕੁਲ ਠੀਕ ਹੈ ਔਰ ਤੁਸੀਂ 6 ਪ੍ਰਸ਼ਨ ਜਿਹੜੇ ਨੇ ਬੜੇ ਅੱਛੇ ਤਰੀਕੇ ਨਾਲ ਖੇਲ ਲਏ ਨੇ। ਇੱਥੇ ਲਵਾਂਗੇ ਦਰਸ਼ਕੋ ਇੱਕ ਛੋਟਾ ਜਿਹਾ ਬ੍ਰੇਕ ਦੇ ਵਿਚਕਾਰ ਇੱਕ ਆਡੀਅੰਸ ਕੁਐਸਚਨ ਆ ਰਿਹਾ ਹੈ ਜਿਹਦਾ ਸਕਰੀਨ ਤੇ ਦਿੱਤੇ ਮਾਧਿਅਮ ਰਾਹੀਂ ਆਪ ਜਲਦੀ ਤੋਂ ਜਲਦੀ ਜਵਾਬ ਭੇਜੋ ਤਾਂ ਕਿ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਚਿੱਤਰ ਔਰ ਤੁਹਾਡਾ ਨਾਮ ਦਿਖਾਇਆ ਜਾ ਸਕੇ ਔਰ ਤੁਸੀਂ ਘਰ ਬੈਠੇ ਆਓ ਬਣੀਏ ਗੁਰਸਿੱਖ ਪਿਆਰਾ ਦੇ ਪਰਿਵਾਰ ਦਾ ਹਿੱਸਾ ਬਣ ਸਕੋ। ਬ੍ਰੇਕ ਤੋਂ ਬਾਅਦ ਮੇਰੇ ਕੋ-ਐਂਕਰ ਹਰਜਿੰਦਰ ਸਿੰਘ ਜੀ ਇਸ ਪ੍ਰਤੀਯੋਗਤਾ ਨੂੰ ਜਾਰੀ ਰੱਖਣਗੇ, ਕਿਤੇ ਜਾਇਓ ਨਾ। ਬੜੇ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਵਾਪਸ ਆ ਰਹੇ ਹਾਂ ਆਪ ਜੀ ਦਾ ਪਿਆਰਾ ਪ੍ਰੋਗਰਾਮ ਲੈ ਕੇ। ਆਓ ਬਣੀਏ ਗੁਰਸਿੱਖ ਪਿਆਰਾ। ਰਫਤਾਰ ਭਰੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਸਮੇਂ ਤੋਂ ਅੱਗੇ ਰਹਿਣ ਦੀ, ਤਰੱਕੀ ਦੀ ਰਾਹ ਤੇ ਸਾਥੀਆਂ ਨੂੰ ਨਾਲ ਰੱਖਣ ਦੀ। ਕੌਨਫੀਡੈਂਸ ਹੈ ਦੁਨੀਆ ਸਾਹਮਣੇ ਹਰ ਰੂਪ ਦੇ ਵਿੱਚ ਖੜੇ ਹੋਣ ਦਾ, ਤੇ ਕੌਨਫੀਡੈਂਸ ਮਿਲਦਾ ਹੈ ਸਿਮਕੋ ਤੋਂ। ਸਿਮਕੋ ਸੁਪਰੀਮ ਹੇਅਰ ਫਿਕਸਰ, ਸਿਮਕੋ ਕਲਾਸਿਕ ਹੇਅਰ ਫਿਕਸਰ, ਪਰਸਨੈਲਿਟੀ ਨੂੰ ਨਿਖਾਰਨ ਵਾਲਾ ਭਰੋਸੇਮੰਦ ਸਾਥੀ। ਇਸ ਲਈ ਅੱਜ ਵੀ ਅਨੇਮ ਯੂ ਕੈਨ ਰਿਲਾਈ ਅਪਨ ਸਿਮਕੋ। समीर Wow! Just point and move. स्पेशलिस्ट एलईडी टीवी स्मार्ट फीचर्स के साथ महंगा होगा, खुद देख ले। बेहतरीन पिक्चर, स्टाइलिश डिजाइन, 3 साल की वारंटी। वाइबर द एलईडी टीवी स्पेशलिस्ट। When it's about style, it's Simco. Simco Swift Power Hairspray in Mega Strong, System Professional and Ultra Strong. Simco Swift Power Hairspray. Style begins with it. ਸਾਡੀ ਮਾਂ ਬੋਲੀ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Today's audience question is, name the student from Waterloo, Ontario, Canada who has won second prize at the European Union contest for young scientist। ਆਪ ਜੀ ਆਪਣੇ ਜਵਾਬ ਸਕਰੀਨ ਤੇ ਲਿਖੇ ਪ੍ਰੋਸੀਜਰ ਅਨੁਸਾਰ ਭੇਜ ਸਕਦੇ ਹੋ। ਧੰਨਵਾਦ ਜੀ। ਵੈਲਕਮ ਬੈਕ। ਨਿੱਘਾ ਸਵਾਗਤ ਹੈ ਸਾਡੇ ਸਾਰੇ ਪਿਆਰੇ ਤੇ ਸੂਝਵਾਨ ਦਰਸ਼ਕਾਂ ਦਾ। ਆਓ ਬਣੀਏ ਗੁਰਸਿੱਖ ਪਿਆਰਾ ਕੁਇਜ਼ ਸ਼ੋਅ ਦੇ 23ਵੇਂ ਸੀਜ਼ਨ ਦੇ 10ਵੇਂ ਐਪੀਸੋਡ ਵਿੱਚ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਪਹਿਲੇ ਸਰਦਾਰ ਸੁਬੋਧ ਸਿੰਘ ਜੀ ਨੂੰ ਮੇਰੇ ਕੋ-ਐਂਕਰ ਸਰਦਾਰ ਕੁਲਵੰਤ ਸਿੰਘ ਜੀ ਪਲੇ ਕਰਾ ਰਹੇ ਸਨ ਔਰ ਇਹਨਾਂ ਨੇ 6 ਕੁਐਸਚਨਸ ਦੇ ਜਵਾਬ ਬਿਨਾਂ ਕਿਸੇ ਲਾਈਫ ਲਾਈਨ ਯੂਜ਼ ਕੀਤੇ ਦੇ ਦਿੱਤੇ ਸਨ। ਕੰਟੀਨਿਊ ਰੱਖਾਂਗੇ ਜੀ ਗੇਮ ਸੁਬੋਧ ਸਿੰਘ ਜੀ ਨਾਲ। ਸੁਬੋਧ ਸਿੰਘ ਜੀ ਆਪ ਜੀ ਅਗਰ ਰੈਡੀ ਹੋ ਤਾਂ ਆਪ ਜੀ ਨੂੰ 7th ਕੁਐਸਚਨ ਗੇਮ ਦਾ ਦਿੱਤਾ ਜਾਏ। ਨਾਓ 7th ਕੁਐਸਚਨ ਔਨ ਯੂਰ ਸਕਰੀਨ। Which Sikh lady has been honored with Nari Shakti Puraskar for the year 2019 by Government of India? ਭਾਰਤ ਸਰਕਾਰ ਦੁਆਰਾ ਕਿਸ ਸਿੱਖ ਬੀਬੀ ਨੂੰ ਸਾਲ 2019 ਲਈ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ? ਆਪ ਜੀ ਦੇ ਆਪਸ਼ਨਸ A ਰਬਨੂਰ ਕੌਰ, B ਸ਼ਰਨ ਕੌਰ, C ਮਾਨ ਕੌਰ ਜਾਂ D ਜਸਵੰਤ ਕੌਰ। ਆਪ ਜੀ ਕਿਹੜੀ ਆਪਸ਼ਨ ਨਾਲ ਜਾਣਾ ਚਾਹੋਗੇ ਸਰਦਾਰ ਸੁਬੋਧ ਸਿੰਘ ਜੀ? ਭਾਰਤ ਸਰਕਾਰ ਦੁਆਰਾ ਸਿੱਖ ਬੀਬੀ ਨੂੰ ਨਾਰੀ ਸ਼ਕਤੀ ਦਾ ਪੁਰਸਕਾਰ ਰਬਨੂਰ ਕੌਰ ਬਾਰੇ ਨਹੀਂ ਆਈਡੀਆ। ਸ਼ਰਨ ਕੌਰ, ਇਹਦੇ ਚ ਬੜਾ ਕਨਫਿਊਜ਼ਨ ਹੈ ਵੀਰ ਜੀ। ਕਨਫਿਊਜ਼ਨ ਹੈ। ਮੈਨੂੰ ਲੱਗਦਾ ਹੈ ਮੈਨੂੰ
ਚਾਰੋਂ ਆਪਸ਼ਨ ਦੇ ਵਿੱਚ ਹੀ ਮੈਨੂੰ ਕਨਫਿਊਜ਼ਨ ਹੈ ਤੇ ਇੱਥੇ ਮੈਨੂੰ ਲਾਈਫਲਾਈਨ ਲੈਣੀ ਚਾਹੀਦੀ ਹੈ। ਮੈਂ ਭਾਈ ਸਾਹਿਬ ਲਾਈਫਲਾਈਨ ਲੈਣੀ ਚਾਹਾਂਗਾ। ਐਕਸਪਰਟ ਐਡਵਾਈਸ। ਠੀਕ ਹੈ ਜੀ, ਆਪ ਜੀ ਨੂੰ ਐਕਸਪਰਟ ਐਡਵਾਈਸ ਚਾਹੀਦੀ ਹੈ। ਆਪ ਜੀ ਨੇ ਜੀਵਿਤ ਰੱਖੀ ਹੋਈ ਸੀ ਅਜੇ ਤੱਕ, ਬਹੁਤ ਵਧੀਆ ਗੱਲ ਹੈ। ਐਕਸਪਰਟ ਐਡਵਾਈਸ ਲਈ ਸਾਡੇ ਨਾਲ ਦਵਿੰਦਰ ਕੌਰ ਜੀ ਸਰੀ ਤੋਂ ਜੁੜ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਸੁਬੋਧ ਸਿੰਘ ਜੀ ਨੂੰ ਐਕਸਪਰਟ ਐਡਵਾਈਸ ਦੇ ਕੇ ਗੇਮ ਵਿੱਚ ਅੱਗੇ ਵਧਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਬੋਧ ਸਿੰਘ ਜੀ, ਤੁਹਾਡੇ ਕੁਐਸਚਨ ਦਾ ਆਨਸਰ ਆਪਸ਼ਨ ਸੀ ਹੈ। ਤੁਸੀਂ ਆਪਸ਼ਨ ਸੀ ਮਨ ਕੌਰ ਜੀ ਦੇ ਨਾਲ ਅੱਗੇ ਵਧ ਸਕਦੇ ਹੋ। ਸਰਦਾਰ ਸੁਬੋਧ ਸਿੰਘ ਜੀ, ਦਵਿੰਦਰ ਕੌਰ ਜੀ ਜਿਹੜੇ ਸਰੀ ਵੈਨਕੂਵਰ ਤੋਂ ਸਾਡੇ ਨਾਲ ਜੁੜੇ ਸਨ, ਉਹਨਾਂ ਦੀ ਆਪ ਨੂੰ ਐਡਵਾਈਸ ਹੈ ਕਿ ਆਪ ਜੀ ਆਪਸ਼ਨ ਸੀ ਮਾਨ ਕੌਰ ਨਾਲ ਜਾ ਸਕਦੇ ਹੋ। ਕੀ ਆਪ ਜੀ ਦੇ ਮਨ 'ਚ ਵੀ ਕੁਝ ਇਸ ਤਰ੍ਹਾਂ ਚੱਲ ਰਿਹਾ ਸੀ? ਮੈਂ ਬਿਲਕੁਲ ਐਕਸਪਰਟ ਐਡਵਾਈਸ ਦੇ ਨਾਲ ਜਾਣਾ ਚਾਹਾਂਗਾ। ਬਹੁਤ ਵਧੀਆ ਜੀ, ਦੇਖਦੇ ਹਾਂ ਲਾਕ ਕਰਕੇ ਜੇ ਤੁਸੀਂ ਵਿਸ਼ਵਾਸ ਕਰ ਰਹੇ ਹੋ ਐਕਸਪਰਟ ਤੇ। ਐਂਡ ਇਟਸ ਅ ਕਰੈਕਟ ਆਨਸਰ, ਬਿਲਕੁਲ ਠੀਕ ਜਵਾਬ ਆ ਗਿਆ ਹੈ ਜੀ। ਅਸੀਂ ਧੰਨਵਾਦ ਕਰ ਲਈਏ ਮਿਲ ਕੇ ਦਵਿੰਦਰ ਕੌਰ ਜੀ ਦਾ, ਜਿਹੜੇ ਸਰੀ ਕੈਨੇਡਾ ਤੋਂ ਸਾਡੇ ਨਾਲ ਜੁੜੇ ਸਨ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸਾਨੂੰ ਉਮੀਦ ਹੈ ਤੁਸੀਂ ਇਹ ਸ਼ੋਅ ਦਾ ਟਾਈਟਲ ਜਿੱਤ ਕੇ ਜਾਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੈਕਸਟ ਕੁਐਸਚਨ, 8th ਕੁਐਸਚਨ ਆਫ ਦੀ ਗੇਮ। ਆਪ ਜੀ ਸੁਬੋਧ ਸਿੰਘ ਜੀ ਟਾਈਟਲ ਵਿਨਿੰਗ ਦੇ ਬਹੁਤ ਨਜ਼ਦੀਕ ਪਹੁੰਚ ਗਏ ਹੋ ਔਰ ਸਾਡੀ ਸਾਰੀ ਟੀਮ ਵੱਲੋਂ ਆਪ ਜੀ ਨੂੰ ਵਿਸ਼ ਕਰਦੇ ਹਾਂ ਕਿ ਆਪ ਜੀ ਇੱਥੋਂ ਅੱਜ ਟਾਈਟਲ ਵਿਨ ਕਰਕੇ ਜਾਓ। ਆਡੀਓ ਪਲੇ ਆ ਰਿਹਾ ਜੀ, ਹਜ਼ੂਰੀ ਰਾਗੀ ਦੀ ਪਛਾਣ ਕਰੋ। ਆਡੀਓ ਪਲੇ ਕੀਤਾ ਜਾਵੇ। ਹਾਂਜੀ, ਆਪ ਜੀ ਨੇ ਸੁਬੋਧ ਸਿੰਘ ਜੀ ਸੁਣੀ ਆਡੀਓ ਪਲੇ? ਹਾਂਜੀ, ਮੈਂ ਸੁਣ ਲਿਆ। ਹਜ਼ੂਰੀ ਰਾਗੀ ਸਹਿਬਾਨ ਦੇ ਨਾਂ ਆਪ ਜੀ ਦੇ ਸਾਹਮਣੇ। ਏ ਭਾਈ ਗਗਨਦੀਪ ਸਿੰਘ ਜੀ, ਬੀ ਭਾਈ ਨਿਰਮਲ ਸਿੰਘ ਜੀ, ਸੀ ਭਾਈ ਰਾਏ ਸਿੰਘ ਜੀ, ਡੀ ਭਾਈ ਸਰਬਜੀਤ ਸਿੰਘ ਜੀ। ਕਿਹੜੀ ਆਪਸ਼ਨ ਨਾਲ ਆਪ ਜੀ ਜਾਣਾ ਚਾਹੋਗੇ? ਇਹ ਤੇ ਮੇਰਾ ਬਹੁਤ ਹੀ ਫੇਵਰੇਟ ਰਾਗੀ ਹੈ। ਵਾਹ। ਹਜ਼ੂਰੀ ਰਾਗੀ ਦਰਬਾਰ ਸਾਹਿਬ ਦੇ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ। ਸੋ ਭਾਈ ਸਰਬਜੀਤ ਸਿੰਘ ਜੀ ਆਪ ਜੀ ਨੇ ਕਿਹਾ ਹੈ ਤੇ ਡੀ ਆਪਸ਼ਨ ਨੂੰ ਅਸੀਂ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਦਾ ਜਵਾਬ ਠੀਕ ਹੈ। ਆਪ ਜੀ ਇਹਨਾਂ ਦਾ ਕੀਰਤਨ ਬਹੁਤ ਆਨੰਦ ਨਾਲ ਸੁਣਦੇ ਹੋ। ਹਾਂਜੀ, ਸੋ ਆਪ ਜੀ ਦਾ ਜਵਾਬ ਵੀ ਬਿਲਕੁਲ ਠੀਕ ਹੋ ਗਿਆ ਹੈ ਜੀ। ਡੀ ਆਪਸ਼ਨ, ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ, ਜਿਹੜੇ ਪਹਿਲੇ ਸੰਤ ਸ੍ਰੀ ਦਰਬਾਰ ਸਾਹਿਬ ਦੇ। ਸੋ ਅਸੀਂ ਹੁਣ ਵਧਾਂਗੇ ਜੀ 9th ਕੁਐਸਚਨ ਆਫ ਦੀ ਗੇਮ। ਟਾਈਟਲ ਵਿਨਿੰਗ ਵਾਲਾ ਕੁਐਸਚਨ ਆ ਗਿਆ ਹੈ ਜੀ। ਸਾਨੂੰ ਪੂਰੀ ਉਮੀਦ ਹੈ ਆਪ ਜੀ ਬਹੁਤ ਧਿਆਨ ਦੇ ਨਾਲ ਇਸ ਦਾ ਜਵਾਬ ਦੇ ਕੇ ਅੱਜ ਇੱਥੋਂ ਟਾਈਟਲ ਵਿਨ ਕਰੋਗੇ। ਕੁਐਸਚਨ ਇਜ਼ ਬਿਫੋਰ ਯੂ। ਹਾਕੀ ਦੇ ਇਕਲੌਤੇ ਟ੍ਰਿਪਲ ਓਲੰਪੀਅਨ ਦਾ ਨਾਮ ਦੱਸੋ ਜਿਸ ਨੇ ਸਿੰਥੈਟਿਕ ਮੈਦਾਨ ਅਤੇ ਘਾਹ ਦੋਵਾਂ ਤੇ ਓਲੰਪਿਕ ਖੇਡਿਆ, ਪਰੰਤੂ ਉਹ ਵਰਲਡ ਕੱਪ ਲੀਡਰਸ਼ਿਪ ਲਈ ਵਧੇਰੇ ਮਸ਼ਹੂਰ ਹਨ। ਆਪ ਜੀ ਲਈ ਆਪਸ਼ਨਸ ਹੁਣ ਆਪ ਜੀ ਦੇ ਸਾਹਮਣੇ। ਏ ਸਰਦਾਰ ਅਜੀਤਪਾਲ ਸਿੰਘ, ਬੀ ਪ੍ਰਿਤਪਾਲ ਸਿੰਘ, ਸੀ ਜਸਵਿੰਦਰ ਸਿੰਘ ਜਾਂ ਡੀ ਸਮਰੱਥ ਸਿੰਘ। ਕਿਹੜੀ ਆਪਸ਼ਨ ਆਪ ਜੀ ਨੂੰ ਠੀਕ ਲੱਗਦੀ ਹੈ? ਆਪ ਜੀ ਦੀ ਇੱਕ ਲਾਈਫ ਲਾਈਨ ਜੀਵਿਤ ਹੈ। ਬਿਲਕੁਲ ਭਾਈ ਸਾਹਿਬ ਜੀ। 50-50 ਦੀ ट्रिपल ओलंपियन ਪ੍ਰਿਤਪਾਲ ਸਿੰਘ। ਮੈਂ ਪੜ੍ਹਿਆ ਹੈ ਕਿਤੇ ਨਿਊਜ਼ ਵਿੱਚ, ਡਾਊਟ ਹੈ ਥੋੜਾ ਜਿਹਾ ਮੈਨੂੰ। ਅਜੀਤਪਾਲ ਸਿੰਘ ਇਹ ਵੀ ਹਾਕੀ ਦੇ ਪਲੇਅਰ ਹੀ ਨੇ। ਸਾਡੇ ਵੱਲੋਂ ਇੱਕ ਲਾਈਫ ਲਾਈਨ ਜੀਵਿਤ ਹੈ, ਸਾਡਾ ਇਨਫੋਰਮ ਕਰਨਾ ਆਪ ਜੀ ਨੂੰ ਫਰਜ਼ ਹੈ, ਪਰ ਐਨੀ ਉਹ ਅਸੀਂ ਕਿਉਂਕਿ ਇਸ ਟਾਈਮ ਮੈਂ ਇੱਥੇ ਆਪਣੀ ਲਾਈਫ ਲਾਈਨ ਲੈਣੀ ਚਾਹਾਂਗਾ 50-50। ਲਾਈਫ ਲਾਈਨ ਦਿੱਤੀ ਜਾਵੇ ਜੀ, ਘੜੀ ਰੋਕ ਦਿੱਤੀ ਜਾਵੇ। ਸਰਦਾਰ ਸੁਬੋਧ ਸਿੰਘ ਜੀ ਆਪ ਜੀ ਨੇ 50-50 ਦੀ ਲਾਈਫ ਲਾਈਨ ਯੂਜ਼ ਕਰਨੀ ਚਾਹੀਏ ਔਰ ਦੋ ਆਪਸ਼ਨ ਜਿਹੜੇ ਗਲਤ ਹਨ ਉਹ ਅਸੀਂ ਡਿਲੀਟ ਕਰ ਰਹੇ ਹਾਂ ਤੇ ਬਾਕੀ ਦੋ ਦੇ ਵਿੱਚੋਂ ਆਪ ਜੀ ਸਿਲੈਕਟ ਕਰੋ। ਦੋ ਆਪਸ਼ਨ ਪਲੀਜ਼ ਡਿਲੀਟ ਕੀਤੇ ਜਾਣ।
सरदार सुबोध सिंह जी आप जी ਲਈ ਹੁਣ ए और बी आप जी बड़ा सोच समझ के जवाब दे रहे सो ਹੁਣ आप जी दसो कि ਕਿਹੜੀ ਆਪਸ਼ਨ ਨਾਲ आप जी जाना चाहते हो। ਇਹ ਤੇ ਫਿਰ ਉਹੀ ਦੋ ਆਪਸ਼ਨ ਆ ਗਏ ਨੇ ਜਿਨ੍ਹਾਂ ਤੇ ਮੈਨੂੰ ਕਨਫਿਊਜ਼ਨ ਸੀ। ਮੈਨੂੰ ਲੱਗਦਾ ਹੈ ਇੱਥੇ ਤੇ ਮੈਨੂੰ ਗੈਸ ਹੀ ਕਰਨਾ ਪਏਗਾ, ਸੋ ਮੈਂ ਆਪਸ਼ਨ ਬੀ ਪ੍ਰਿਤਪਾਲ ਸਿੰਘ ਨਾਲ ਜਾਣਾ ਚਾਹਾਂਗਾ। ਸੁਬੋਧ ਸਿੰਘ ਜੀ ਆਪ ਜੀ ਨੇ ਬੀ ਆਪਸ਼ਨ ਨੂੰ ਲੌਕ ਕਰਨ ਵਾਸਤੇ ਕਿਹਾ ਹੈ ਤੇ ਅਸੀਂ ਬੀ ਆਪਸ਼ਨ ਨੂੰ ਲੌਕ ਕਰਕੇ ਦੇਖਦੇ ਹਾਂ ਕਿ ਆਪ ਜੀ ਅੱਜ ਇਥੋਂ ਟਾਈਟਲ ਵਿਨ ਕਰ ਪਾ ਰਹੇ ਜਾਂ ਨਹੀਂ। ਉਹ ਸਰਦਾਰ ਸੁਬੋਧ ਸਿੰਘ ਜੀ ਆਪ ਜੀ ਕਿਧਰੇ ਭੁਲੇਖਾ ਖਾ ਗਏ। ਸਰਦਾਰ ਅਜੀਤਪਾਲ ਸਿੰਘ ਜੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਬੀ ਪ੍ਰਿਤਪਾਲ ਸਿੰਘ ਜੀ ਆਪ ਜੀ ਸੋਚ ਰਹੇ ਸੋ, ਪਰ ਇਹ ਤਾਂ ਗਲਤ ਆਨਸਰ ਸੀ। ਐਨੀਓ ਆਪ ਜੀ ਨੇ ਬਹੁਤ ਅੱਛਾ ਪਰਫਾਰਮ ਕੀਤਾ ਹੈ, ਲੈਵਲ 1 ਕ੍ਰਾਸ ਕੀਤਾ, ਲੈਵਲ 2 ਦੇ 3 ਕੁਐਸਚਨ ਰਿਪਲਾਈ ਕਰਕੇ ਲਾਸਟ ਕੁਐਸਚਨ ਤੇ ਆਪ ਜੀ ਕਿਧਰੇ ਸਲਿਪ ਕਰ ਗਏ। ਸਰਦਾਰ ਸੁਬੋਧ ਸਿੰਘ ਜੀ ਆਪ ਜੀ ਨੂੰ ਪਿਆਰ ਤੇ ਸਤਿਕਾਰ ਦੇਣ ਲਈ ਮੈਂ ਰਿਕੁਐਸਟ ਕਰ ਰਿਹਾ ਸਰਦਾਰ ਆਰ.ਐਸ. ਮਲਹੋਤਰਾ ਜੀ ਨੂੰ, ਵਾਈਬਰ ਟੀਵੀ ਤੋਂ ਜਿਹੜੇ ਸਾਡੇ ਨਾਲ ਜੁੜ ਰਹੇ ਹਨ, ਨਾਲ ਹੀ ਸਾਡੇ ਟੀਮ ਮੈਂਬਰ ਸਰਦਾਰਨੀ ਸਰੋਜ ਕੌਰ ਜੀ ਆਪ ਜੀ ਨੂੰ ਸਿਮਕੋ ਵੱਲੋਂ ਇੱਕ ਗਿਫਟ ਹੈਂਪਰ, ਵਾਈਬਰ ਟੀਵੀ ਵੱਲੋਂ ਕੈਸ਼ ਪ੍ਰਾਈਜ਼ ਤੇ ਫਰੈਬੋ ਵੱਲੋਂ ਇੱਕ ਹੋਰ ਗਿਫਟ ਹੈਂਪਰ ਦੇ ਰਹੇ ਹਨ। ਪਲੀਜ਼ ਐਕਸੈਪਟ। ਸਾਡੇ ਨੈਕਸਟ ਕੰਟੈਸਟੈਂਟ ਹਨ ਸਰਦਾਰਨੀ ਅੰਮ੍ਰਿਤਪ੍ਰੀਤ ਕੌਰ ਜੀ, ਬੋਕਾਰੋ ਝਾਰਖੰਡ ਤੋਂ। ਮੈਂ ਜੀ ਆਇਆਂ ਕਹਿੰਦਾ ਹਾਂ ਸਰਦਾਰਨੀ ਅੰਮ੍ਰਿਤਪ੍ਰੀਤ ਕੌਰ ਜੀ ਨੂੰ ਤੇ ਰਿਕਵੈਸਟ ਕਰਾਂਗਾ ਕਿ ਉਹ ਆਪਣੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਉਣ। ਵਾਹਿਗੁਰੂ ਜੀ ਕੀ ਫਤਿਹ। ਮੈਂ ਅੰਮ੍ਰਿਤਪ੍ਰੀਤ ਕੌਰ ਬੋਕਾਰੋ ਝਾਰਖੰਡ ਦੀ ਰਹਿਣ ਵਾਲੀ ਹਾਂ। ਮੈਂ ਇੱਕ ਹਾਊਸਵਾਈਫ ਹਾਂ। ਮੈਨੂੰ ਗੁਰਮਤਿ ਗਿਆਨ ਸੇਵਾ ਸੁਸਾਇਟੀ ਰਾਂਚੀ ਝਾਰਖੰਡ ਵੱਲੋਂ ਸਿਰਜੇ ਇਸ ਪ੍ਰੋਗਰਾਮ ਦਾ ਹਿੱਸਾ ਬਣਨ ਦਾ ਸੁਨਹਿਰੀ ਮੌਕਾ ਮਿਲਿਆ। ਮੈਨੂੰ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ABGP ਟੀਮ ਦੇ ਇਸ ਉਪਰਾਲੇ ਸਦਕਾ ਘਰ ਬੈਠੀ ਸੰਗਤ ਵੀ ਗੁਰੂ ਦੇ ਲੜ ਲੱਗ ਰਹੀ ਹੈ। ਮੈਂ ABGP ਟੀਮ ਨੂੰ ਅਤੇ ਵਿੰਦਰ ਸਰ ਦਾ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਬਹੁਤ ਮਦਦ ਕੀਤੀ। ਥੈਂਕ ਯੂ ਜੀ, ਤੁਸੀਂ ਕੰਪਲੀਮੈਂਟਸ ਦਿੱਤੇ ਸਾਡੇ ਸ਼ੋਅ ਲਈ। ਗੇਮ ਅਸੀਂ ਆਪ ਜੀ ਦੇ ਨਾਲ ਪ੍ਰੋਗਰਾਮ ਕਰ ਰਹੇ ਹਾਂ। ਰੂਲਸ ਗੇਮ ਦੇ 9 ਕੁਐਸਚਨਸ ਦੇ ਨਾਲ, ਪਹਿਲੇ ਲੈਵਲ ਤੇ 5 ਕੁਐਸਚਨ, ਦੂਸਰੇ ਲੈਵਲ ਤੇ 4 ਕੁਐਸਚਨ, ਇੱਕ ਲਾਈਫਲਾਈਨ ਐਕਸਪਰਟ ਐਡਵਾਈਸ ਦੀ ਪਹਿਲੇ ਲੈਵਲ ਤੇ ਆਪ ਜੀ ਨੂੰ ਮਿਲੇਗੀ ਜਿਹੜੀ ਆਪ ਜੀ ਨਾ ਯੂਜ਼ ਕਰਨ ਤੇ ਅੱਗੇ ਕੈਰੀ ਕਰ ਸਕਦੇ ਹੋ। ਦੂਸਰੀ ਲਾਈਫਲਾਈਨ ਸੈਕੰਡ ਲੈਵਲ ਤੇ ਹੀ ਖੁੱਲੇਗੀ 50-50 ਦੀ। ਅਗਰ ਆਪ ਜੀ ਕੰਫਰਟੇਬਲ ਹੋ ਤਾਂ ਅਸੀਂ ਗੇਮ ਸ਼ੁਰੂ ਕਰ ਸਕਦੇ ਹਾਂ। ਪਹਿਲਾ ਕੁਐਸਚਨ ਆਪ ਜੀ ਲਈ ਆਪ ਜੀ ਦੀ ਸਕਰੀਨ ਤੇ। ਇਨ ਵਿਚ ਈਅਰ ਗੁਰੂ ਗੋਬਿੰਦ ਸਿੰਘ ਜੀ ਬੈਸਟੋਡ ਦੀ ਗੁਰੂਸ਼ਿਪ ਟੂ ਗੁਰੂ ਗ੍ਰੰਥ ਸਾਹਿਬ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕਦੋਂ ਬਖਸ਼ੀ? ਆਪ ਜੀ ਦੇ ਆਪਸ਼ਨਸ A 1708, B 1716, C 1710 ਜਾਂ D 1666। ਆਪ ਜੀ ਕਿਹੜੀ ਆਪਸ਼ਨ ਨਾਲ ਜਾਣਾ ਚਾਹੋਗੇ? ਮੈਂ ਐਕਸਪਰਟ ਐਡਵਾਈਸ ਲੈਣਾ ਚਾਹੁੰਦਾ ਹਾਂ। ਐਕਸਪਰਟ ਐਡਵਾਈਸ ਲੈਣਾ ਚਾਹੋਗੇ। ਐਕਸਪਰਟ ਐਡਵਾਈਸ ਲਈ ਸਾਡੇ ਨਾਲ ਅੱਜ ਸਰਦਾਰ ਬਲਵਿੰਦਰ ਸਿੰਘ ਸਾਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਤੋਂ ਜੁੜ ਰਹੇ ਹਨ। ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਕਿ ਉਹ ਸਰਦਾਰਨੀ ਅੰਮ੍ਰਿਤਪ੍ਰੀਤ ਕੌਰ ਜੀ ਜਿਹੜੇ ਸਾਡੇ ਨਾਲ ਬੋਕਾਰੋ ਝਾਰਖੰਡ ਤੋਂ ਜੁੜੇ ਹਨ, ਉਹਨਾਂ ਨੂੰ ਇਸ ਕੁਐਸਚਨ ਦਾ ਠੀਕ ਜਵਾਬ ਦੱਸ ਕੇ ਅੱਗੇ ਵਧਾਉਣ। ਜੀ ਆਇਆਂ ਨੂੰ ਸਰਦਾਰ ਬਲਵਿੰਦਰ ਸਿੰਘ ਜੀ, ਆਪ ਜੀ ਦੇ ਸਾਹਮਣੇ ਆਪਸ਼ਨਸ ਪਲੀਜ਼। ਅੰਮ੍ਰਿਤਪ੍ਰੀਤ ਕੌਰ ਜੀ, ਇਸ ਸਵਾਲ ਦਾ ਜਵਾਬ ਹੈ ਆਪਸ਼ਨ A 1708 ਨੰਦੇੜ ਵਿਖੇ। This is the best opinion I can tender you. Wish you all the best. ਸਰਦਾਰ ਬਲਵਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਆਪ ਜੀ ਨੂੰ ਆਪਸ਼ਨ A ਨਾਲ ਜਾਣਾ ਚਾਹੀਦਾ ਹੈ, ਈਅਰ 1708। ਕੀ ਆਪ ਜੀ ਉਹਨਾਂ ਦੀ ਇਸ ਐਡਵਾਈਸ ਨਾਲ ਸਹਿਮਤ ਹੋ? ਯੈਸ ਸਰ, ਉਹਨਾਂ ਦੀ ਐਡਵਾਈਸ ਨਾਲ ਜਾਣਾ ਚਾਹੁੰਦਾ ਹਾਂ। ਠੀਕ ਹੈ ਜੀ, ਤਾਂ ਫਿਰ ਆਪ ਜੀ ਦਾ ਕੁਐਸਚਨ ਵੀ ਬਿਲਕੁਲ ਠੀਕ ਹੋ ਗਿਆ, ਅਸੀਂ ਲੌਕ ਕਰਕੇ ਦੇਖਿਆ ਹੈ। ਸਰਦਾਰਨੀ ਅੰਮ੍ਰਿਤਪ੍ਰੀਤ ਕੌਰ ਜੀ, ਸਾਡੇ ਸ਼ੋਅ ਦਾ ਸਮਾਂ ਇੱਥੇ ਸਮਾਪਤ ਹੋ ਗਿਆ ਹੈ। ਆਪ ਜੀ ਨਾਲ ਅਸੀਂ ਗੇਮ ਨੂੰ ਕੰਟੀਨਿਊ ਰੱਖਾਂਗੇ ਔਰ ਆਪ ਜੀ ਸਾਡੇ ਰੋਲ ਓਵਰ ਕੰਟੈਸਟੈਂਟ ਹੋਵੋਗੇ ਨੈਕਸਟ ਵੀਕ। ਤਦ ਤੱਕ ਲਈ ਅਸੀਂ ਆਪਣੇ ਦਰਸ਼ਕਾਂ ਕੋਲੋਂ ਇੱਥੇ ਇਜਾਜ਼ਤ ਲਵਾਂਗੇ, ਇਸ ਉਮੀਦ ਨਾਲ ਕਿ ਅਗਲੇ ਹਫਤੇ ਉਹ ਸ਼ੋਅ ਦੇ ਨਾਲ ਫਿਰ ਜੁੜਨਗੇ ਤੇ ਦੇਖਣਗੇ ਕਿ ਅੰਮ੍ਰਿਤਪ੍ਰੀਤ ਕੌਰ ਜੀ ਅੱਗੇ ਕਿਸ ਤਰ੍ਹਾਂ ਪਰਫਾਰਮ ਕਰਦੇ ਹਨ। ਸਾਡੇ ਅੱਜ ਤੱਕ ਦੇ ਸਾਰੇ ਐਪੀਸੋਡਸ ਅਬਾਊਟ
350 YouTube ਤੇ ਅਵੇਲੇਬਲ ਹਨ। ਆਪ ਜੀ ਦੇਖ ਕੇ ਸ਼ੇਅਰ ਕਰਕੇ ਪ੍ਰਚਾਰ ਦੇ ਕੰਮ ਵਿੱਚ ਸਹਾਈ ਹੋ ਸਕਦੇ ਹੋ। ਆਪਣਾ ਖਿਆਲ ਰੱਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।